A very good evening to all ladies and gentlemen. On behalf of Surinder Hospital, Amritsar, I welcome you all. So we are here together to celebrate the 50 year of winning of Indo-Pak War 1971. The time is already we are going a little late, so I will cut short. So this war started on 3rd December 1971 with Operation Genghis Khan, in which the Pakistan Army airstriked 11 Indian air stations. This was the shortest war in the history and just lasted for 13 days. This war ended with surrender of Pakistani Army Chief Amir Abdul Khan Niazi and his 93,000 troops within 13 days of the war. There was a birth of a new nation. The world got a new nation in the name of Bangladesh. And winning of war by India resulted in freedom to 7.5 crore people of Bangladesh from the East Pakistan. I sincerely thanks to Air Force Association, especially the Vice President Mr. I.B. Sidhana, retired commander, Mr. Manjeet Singh Bedi, Nirmal Singh Bedi, retired warrant officer, and all his team who gave us opportunity to host a proud moment to honor the veterans who fought 1971 war and brought glory to our nation by winning the war. My sincere thanks to all the people gathered together here who spared their valuable time from the busy schedule. Jai Hind. Welcome and thank you so much. Anwaste, I will say only this thing कि अगर असी अपने घर विच बैठे हैं, safe बैठे हैं, साडे बच्चे सेफ बैठे ने, it's all because of you people. Thank you so much. Thank you. जिस दे विच हिंदुस्तान ने पाकिस्तान ਨੂੰ ਦੋ ਹਿੱਸਿਆਂ 'ਚ ਵੰਡਤਾ ਸੀ, ਅੱਜ 50 ਸਾਲਾ ਉਸ ਗੋਲਡਨ ਜੁਬਲੀ ਨੂੰ ਮਨਾ ਰਹੇ ਹਾਂ, ਜਿਹਨੂੰ ਮੇਰੇ ਦੇਸ਼ ਨੇ ਸਵਰਨਮ ਵਿਜੇ ਵਰਸ਼ ਸੈਲੀਬ੍ਰੇਸ਼ਨ ਦੇ ਨਾਂ ਨਾਲ ਪ੍ਰੋਗਰਾਮ ਲਿਖਿਆ ਹੈ। ਅੱਜ ਮੇਰੇ ਇਸ ਵਿਹੜੇ ਦੇ ਵਿੱਚ 71 ਵਾਰ ਦੇ ਵਿੱਚ ਉਹ ਵੈਟਰਨ ਹਨ ਜਿਨ੍ਹਾਂ ਨੇ ਜਵਾਨੀ ਵਿੱਚ ਉਸ ਲੜਾਈ ਦੇ ਵਿੱਚ ਭਾਗ ਲੈ ਕੇ ਆਪਣੇ ਦੇਸ਼ ਨੂੰ ਵਿਜੇ ਦਿਵਾਈ। ਥੈਂਕ ਯੂ। ਬੜੀਆ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ 1971 ਵਾਰ ਦੇ ਵਿੱਚ ਜਿਨ੍ਹਾਂ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਹਿੱਸਾ ਲਿੱਤਾ ਗਿਆ, ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ। ਅੱਜ ਦਾ ਪ੍ਰੋਗਰਾਮ ਉਹਨਾਂ ਵਾਸਤੇ ਸੀ ਜਿਨ੍ਹਾਂ ਨੇ ਉਸ ਵਾਰ ਦੇ ਵਿੱਚ हिंदुस्तान ਨੂੰ एक बहुत ही बुलंदियां ते लिजा के खड़ा करता। अज असी उन्होंने सम्मानित करने वास्ते मेरे डॉक्टर साहब डॉक्टर आशीष कुमार जी सुरिंदर हॉस्पिटल शाहटा अमृतसर वालों ये सारा प्रोग्राम लिखा गया है। मैं अपनी एयरफोर्स एसोसीएशन अमृतसर चैप्टर ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਬਕਾ ਫੌਜੀ ਵੈਟਰਨਾਂ ਨੂੰ ਸਨਮਾਨਿਤ ਕਰਨ ਵਾਸਤੇ ਆਪਣਾ ਯੋਗਦਾਨ ਪਾਇਆ। ਕਿ ਤੁਸੀਂ ਜਾਂਦੇ ਸਾਡੇ ਚੈਨਲ ਦੇ ਥਰੂ ਆਪਣੇ ਆਵਾਮ ਨੂੰ ਤੇ ਆਪਣੇ ਸਾਥੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਬੀਕਾਮ ਫਾਈਨਲ ਈਅਰ ਸਟੂਡੈਂਟ ਸੀ ਖਾਲਸਾ ਕਾਲਜ ਅੰਮ੍ਰਿਤਸਰ ਦਾ। ਮੈਂ ਸ਼ੌਂਕ ਸੀ ਕਿ 에ਅਰਫੋਰਸ ਜਾਣਾ ਹੈ। ਮੈਂ ਬੇਨਤੀ ਕਰਦਾ ਹਾਂ ਆਪਣੇ ਹਿੰਦੁਸਤਾਨ ਦੇ ਜਵਾਨਾਂ ਨੂੰ ਜਿਹੜੇ ਪੜ੍ਹਾਈ ਕਰਕੇ ਬਾਹਰ ਭੱਜ ਰਹੇ ਹਨ, ਸਾਨੂੰ ਇਸ ਵੇਲੇ ਹਿੰਦੁਸਤਾਨ ਨੂੰ ਜੇ ਆਰਾਮ ਨਾਲ ਰਹਿਣਾ ਹੈ ਤਾਂ ਜਵਾਨਾਂ ਦੀ ਲੋੜ ਹੈ। ਨਸ਼ਿਆਂ ਨੂੰ ਛੱਡ ਕੇ ਆਪਣੇ ਸਰੀਰ ਨੂੰ ਕਾਇਮ ਕਰੋ। ਆਉਣ ਵਾਲੇ ਸਮੇਂ ਦੇ ਵਿੱਚ 47 ਦੀ ਲੜਾਈ, 62 ਦੀ ਲੜਾਈ, 65 ਦੀ ਲੜਾਈ, 71 ਦੀ ਲੜਾਈ, ਕਾਰਗਿਲ ਦੀ ਲੜਾਈ ਦੇ ਵਿੱਚ
ਸਾਡੇ ਪੰਜਾਬ ਦੇ ਲੋਕਾਂ ਨੇ 6-6 10-10 ਪਾਕਿਸਤਾਨ ਨੂੰ ਜੱਫੀਆਂ ਪਾ ਕੇ ਮਾਰ ਕੇ ਹਿੰਦੁਸਤਾਨ ਨੂੰ ਆਪਣੀ ਬੁਲੰਦੀ ਤੇ ਪਹੁੰਚਾਇਆ ਹੈ। ਜਵਾਨੋ, ਨਸ਼ਾ ਛੱਡੋ, ਦੇਸ਼ ਵਾਸਤੇ ਕੁਝ ਕਰੋ। ਬਾਹਰ ਜਾਣ ਦੀ ਬਜਾਏ ਹਿੰਦੁਸਤਾਨ ਦੇ ਵਿੱਚ ਅੱਜ ਕੱਲ੍ਹ ਬਹੁਤ ਹੀ ਚਾਂਸ ਹਨ। ਜੋ ਪੜ੍ਹਿਆ ਲਿਖਿਆ ਉਹ ਅਫਸਰ ਬਣੇ, ਜੋ ਨਹੀਂ ਪੜ੍ਹਿਆ ਉਹ ਜਵਾਨ ਜਾਵੇ, ਦੇਸ਼ ਦੀ ਸੇਵਾ ਕਰੇ, ਨੌਕਰੀ ਕਰੇ, ਆਪਣੀ ਕਮਾਈ ਕਰੇ, ਆਪਣੇ ਮਾਂ-ਬਾਪ ਦੇ ਕੋਲ ਰਹੋ। लास्ट में मैं यही कहूँगा, देश से है प्यार तो हर पल ये कहना चाहिए, देश से है प्यार तो हर पल कहना चाहिए। मैं रहूँ ना रहूँ, भारत मेरा रहना चाहिए, भारत मेरा रहना चाहिए। थैंक यू। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੈਲਾਸ਼ ਤਾਜ ਤੁਹਾਡੇ ਲਈ ਲੈ ਕੇ ਆਇਆ ਇਸ ਤਰ੍ਹਾਂ ਦੀ ਖਬਰ ਜੋ ਕਿ ਸਾਡੇ ਦੇਸ਼ ਦੇ ਨਾਲ ਜੁੜੀ ਹੈ, ਸਾਡੀ ਆਵਾਮ ਨਾਲ ਜੁੜੀ ਹੈ, ਅੱਜ ਦੇ ਸਾਡੇ ਭਵਿੱਖ ਨਾਲ ਜੁੜੀ ਹੈ। ਜੀ ਹਾਂ, ਮੈਂ ਗੱਲਬਾਤ ਕਰ ਰਿਹਾ ਇਸ ਵੇਲੇ ਇਸ ਖਬਰ ਨੂੰ ਲੈ ਕੇ ਜੋ ਕਿ ਤੁਸੀਂ ਆਵਾਮ ਦੇਖ ਰਹੇ ਹੋ। ਇਸ ਵੇਲੇ ਜੋ ਵੀ ਇਸ ਹਾਲ ਦੇ ਵਿੱਚ ਮੌਜੂਦ ਹਨ ਉਹ 1971 ਦੇ ਵਾਰੀਅਰ ਹਨ, ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਦੇਸ਼ ਦੀ ਇਸ ਬੁਲੰਦੀ ਦੇ ਵਿੱਚ ਖੜੇ ਹਨ। ਇਹ ਉਹ ਫੌਜੀ ਜਵਾਨ ਹਨ, ਉਹ 에ਅਰ ਫੋਰਸ ਦੇ ਕਮਾਂਡਰ ਹਨ, ਉਹ ਦੇਸ਼ ਦੀ ਉਹ ਮੁੱਢ, ਉਹ ਦੇਸ਼ ਦੇ ਉਹ ਵਾਰੀਅਰ ਹਨ, ਜਿਨ੍ਹਾਂ ਕਰਕੇ ਅੱਜ ਆਪਾਂ ਇਸ ਤਰ੍ਹਾਂ ਆਜ਼ਾਦ ਦੇਸ਼ ਦੇ ਵਿੱਚ ਇੱਕ ਤਰੱਕੀ ਪ੍ਰਗਤੀਸ਼ੀਲ ਦੇਸ਼ ਦੇ ਵਿੱਚ ਸਾਹ ਲੈ ਰਹੇ ਹਨ। ਇਹਨਾਂ ਨੇ 1971 ਦੇ ਵਿੱਚ ਦੇਸ਼ ਦੀ ਇੱਕ ਛਾਪ ਛੱਡੀ ਸੀ ਜਦੋਂ ਦੇਸ਼ ਨਵਾਂ ਆਜ਼ਾਦ ਹੋਇਆ ਸੀ, ਤੇ ਇਹਨਾਂ ਦੀ ਬਦੌਲਤ ਹੀ ਅੱਜ ਇਹ ਫੰਕਸ਼ਨ ਵੀ ਹੋਇਆ। ਤੇ ਆਪਾਂ ਇੱਥੋਂ ਦੇ ਚੀਫ ਨਾਲ ਗੱਲ ਕਰਾਂਗੇ, ਉਹਨਾਂ ਨਾਲ ਜਾਣਾਂਗੇ ਕਿ ਇਸ ਫੰਕਸ਼ਨ ਨੂੰ ਲੈ ਕੇ ਉਹਨਾਂ ਦੀ ਕੀ ਰਾਏ ਹੈ। ਤਾਂ ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਿੱਚ। ਮੈਂ ਜੀ 에ਅਰ ਕਮੋਡੋਰ IB ਸਿੰਘ ਸਦਾਨਾ, PSM ਰਿਟਾਇਰਡ, ਵਾਈਸ ਪ੍ਰੈਜ਼ੀਡੈਂਟ ਅੰਮ੍ਰਿਤਸਰ ਚੈਪਟਰ 에ਅਰ ਫੋਰਸ ਐਸੋਸੀਏਸ਼ਨ ਦਾ ਹੈਗਾ ਜੀ। ਤੇ ਅੱਜ 에ਅਰ ਫੋਰਸ ਐਸੋਸੀਏਸ਼ਨ ਅੰਮ੍ਰਿਤਸਰ ਚੈਪਟਰ ਨੇ ਸਾਬਕਾ ਫੌਜੀਆਂ ਜਿਹੜਾ ਨੇ 71 ਵਾਰ 'ਚ ਪਾਰਟ ਲਿੱਤਾ ਹੈ, ਸਪੈਸ਼ਲੀ 에ਅਰ ਫੋਰਸ ਦੇ ਜਿਹੜੇ ਹੈਗੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਹੈ, ਜਿਹਦੇ ਵਿੱਚ 7 ਅਫਸਰ ਤੇ 48 에ਅਰਮੈਨ ਸੀ ਹੈਗੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਤੇ ਇਹ ਫੰਕਸ਼ਨ ਜਿਹੜਾ ਹੈਗਾ ਬੜਾ ਜਿਹੜਾ ਹੈਗਾ ਸਭ ਨੇ ਇਮੋਸ਼ਨਲ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ 71 ਵਾਰ 'ਚ ਹਿੱਸਾ ਲਿਆ ਸੀ। ਕੋਈ ਮੈਡੀਕਲ ਬ੍ਰਾਂਚ ਦਾ ਸੀ, ਕੋਈ ਫਲਾਈਂਗ ਫਾਈਟਰ ਪਾਇਲਟ ਸੀ, ਕੋਈ ਟੈਕਨੀਸ਼ੀਅਨ ਸੀ, ਕੋਈ ਮੈਡੀਕਲ ਅਸਿਸਟੈਂਟ ਸੀ, ਜਿਨ੍ਹਾਂ ਨੇ ਹਰ ਤਰ੍ਹਾਂ ਆਪਣਾ ਜੋ ਉਹਨਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਸੀ ਉਸ ਤਰ੍ਹਾਂ ਕੰਮ ਕਰਕੇ ਤੇ 71 ਵਾਰ 'ਚ ਹਿੱਸਾ ਪਾਇਆ। ਤੇ 93,000 ਜਿਹੜੇ ਫੌਜੀ ਸੀ ਪਾਕਿਸਤਾਨੀ, ਉਹਨਾਂ ਨੂੰ ਸਰੈਂਡਰ ਕਰਨ ਤੇ ਮਜਬੂਰ ਕੀਤਾ। ਇਹ ਜਿਹੜੀ 71 ਵਾਰ ਸੀ ਇਹ ਹਿਸਟੋਰੀਕਲ ਵਾਰ ਹੈ, ਜਿਹੜੀ ਪੂਰੇ ਵਰਲਡ 'ਚ 13 ਡੇਜ਼ ਦੀ ਗਿਣੀ ਜਾਂਦੀ ਹੈ ਕਿ ਵੀ 30 ਡੇਜ਼ 'ਚ ਇੱਕ ਦੇਸ਼ ਨੇ ਦੂਸਰੇ ਦੇਸ਼ ਨੂੰ ਬਿਲਕੁਲ ਕਰਕੇ ਤੇ 93,000 ਫੌਜੀਆਂ ਨੂੰ ਸਰੈਂਡਰ ਕਰਨ ਤੇ ਮਜਬੂਰ ਕੀਤਾ। ਤੇ ਅਸੀਂ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਸਾਰਿਆਂ ਨੂੰ ਪੁਰਾਣੇ ਅਸੀਂ ਦੋਸਤਾਂ ਨੂੰ ਯਾਰਾਂ ਨੂੰ ਮਿਲੇ ਹਾਂ ਤੇ ਉਹਨਾਂ ਨਾਲ ਆਪਣੇ ਪੁਰਾਣੀ ਯਾਦਾਂ ਸਾਂਝੀਆਂ ਕੀਤੀਆਂ। ਥੈਂਕ ਯੂ। ਇਹ ਜਿਸ ਤਰ੍ਹਾਂ ਕਿ 1971 ਦੀ ਲੜਾਈ ਦੇ ਵਿੱਚ ਸਾਰੇ ਵਾਰੀਅਰ ਹੈਗੇ ਹਨ, ਇਸ ਤਰ੍ਹਾਂ ਦਾ ਫੰਕਸ਼ਨ ਪਹਿਲਾਂ ਵੀ ਹੈ ਕਿ ਪਹਿਲਾਂ ਵੀ ਤੁਹਾਨੂੰ ਇੱਕ ਦੂਸਰੇ ਦੇ ਰੂਬਰੂ ਪੁਰਾਣੇ ਸਾਥੀਆਂ ਨੂੰ ਇੱਕ ਦੂਜੇ ਨਾਲ ਮਿਲਣ ਦਾ ਮੌਕਾ ਮਿਲਿਆ? 에ਅਰ ਫੋਰਸ ਅੰਮ੍ਰਿਤਸਰ ਚੈਪਟਰ ਜਿਹੜਾ ਹੈਗਾ ਹੈ ਉਹ 4 ਸਾਲ ਪਹਿਲੇ ਸ਼ੁਰੂ ਕੀਤਾ ਸੀ। ਇਹ ਮੇਨ 에ਅਰ ਫੋਰਸ ਐਸੋਸੀਏਸ਼ਨ ਜਿਹੜੀ ਦਿੱਲੀ 'ਚ ਹੈਗੀ ਹੈ ਉਹਦੀ ਇੱਕ ਅੰਮ੍ਰਿਤਸਰ ਚੈਪਟਰ ਹੈਗਾ। ਤੇ ਉਸ 4 ਸਾਲਾਂ 'ਚੋਂ 2 ਸਾਲ ਤੱਕ ਅਸੀਂ ਕੋਵਿਡ ਕਰਕੇ ਕੋਈ ਫੰਕਸ਼ਨ ਨਹੀਂ ਕਰ ਸਕੇ, ਬਟ ਪਹਿਲੇ 2 ਸਾਲਾਂ 'ਚ ਅਸੀਂ ਮਿਲਦੇ ਜੁਲਦੇ ਰਹੇ ਤੇ ਫੰਕਸ਼ਨ ਕਰਦੇ ਰਹੇ। ਉਹ 에ਅਰ ਫੋਰਸ ਸਟੇਸ਼ਨ ਦੇ ਅੰਦਰ ਹੀ ਫੰਕਸ਼ਨ ਕਰਦੇ ਸੀ। ਇਹ ਪਹਿਲਾ ਫੰਕਸ਼ਨ ਹੈਗਾ ਜਿਹੜਾ ਅਸੀਂ ਬਾਹਰ ਕੀਤਾ ਹੈ, ਮਤਲਬ 에ਅਰ ਫੋਰਸ ਸਟੇਸ਼ਨ ਦੇ ਅੰਦਰ ਨਹੀਂ ਹੈਗਾ ਤੇ 에ਅਰ ਫੋਰਸ ਸਟੇਸ਼ਨ ਤੋਂ ਬਾਹਰ ਕਰਕੇ ਕੀਤਾ। ਤੇ ਇੰਨੇ ਦਿਨਾਂ ਬਾਅਦ ਆਪਣੇ ਸਾਥੀਆਂ ਨੂੰ ਦੁਬਾਰਾ ਮਿਲ ਕੇ ਉਹਨਾਂ ਨਾਲ ਇੱਕ ਫੰਕਸ਼ਨ ਵਿਦ ਫੈਮਿਲੀ ਇੰਜੋਏ ਕਰਕੇ ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਖੁਸ਼ੀ ਹੋਈ ਮਿਲ ਕੇ, ਬੜਾ ਇਮੋਸ਼ਨਲ ਮੂਮੈਂਟ ਹੈਗਾ ਕਿ ਵੀ ਆਪਣੇ ਪੁਰਾਣੇ ਸਾਬਕਾ ਫੌਜੀ ਜਿਹੜੇ ਹੈਗੇ ਆਪਣੇ ਸਭ ਕੁਲੀਗਸ ਹੈਗੇ ਉਹਨਾਂ ਨੂੰ ਮਿਲੇ, ਉਹਨਾਂ ਨਾਲ ਕੀਤਾ ਦੁੱਖ ਸੁੱਖ ਸਾਂਝੇ ਕੀਤੇ। ਨਾਲ ਸਭ ਤੋਂ ਵੱਡੀ ਗੱਲ ਪੁਰਾਣੀ ਕਹਾਣੀਆਂ ਜਿਹੜੀ ਹੈਗੀਆਂ ਨਾ ਉਹ ਸਭ ਤੋਂ ਜ਼ਿਆਦਾ ਖੁਸ਼ੀ ਦਿੰਦੀਆਂ। ਪੁਰਾਣੀ ਯਾਦਾਂ ਦੀ ਪੁਰਾਣੀ ਕਹਾਣੀਆਂ ਜਿਹੜੀ ਤਾਜ਼ਾ ਹੁੰਦੀਆਂ, ਉਸਦੇ ਕਰਕੇ ਬਹੁਤ ਹੀ ਇੰਜੋਏ ਕੀਤਾ ਕਰਕੇ। ਤੇ ਪੁਰਾਣੀਆਂ ਕਹਾਣੀਆਂ ਤੇ ਤਾਜ਼ਾ ਹੁੰਦੀਆਂ ਰਹਿਣਗੀਆਂ, ਪਰ ਇਹ ਇੱਕ ਮਿਸਾਲ ਕਾਇਮ ਕੀਤੀ ਗਈ ਸੀ 1971 ਦੇ ਵਿੱਚ ਦੁਨੀਆ ਦੇ ਅੱਗੇ ਕਿ ਭਾਰਤ ਹਜੇ ਨਵਾਂ ਆਜ਼ਾਦ ਹੋਇਆ ਸੀ ਤੇ ਉਹਨੇ ਇੰਨੀ ਛੇਤੀ ਇੱਕ ਲੜਾਈ ਜੰਗ ਦੇ ਮੈਦਾਨ ਦੇ ਵਿੱਚ ਆਪਣੀ ਜਿੱਤ ਦਾ ਝੰਡਾ ਗੱਢਿਆ ਤੇ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ। ਇਹਨਾਂ ਹੀ ਫਾਈਟਰਸ ਦੀ ਬਦੌਲਤ ਅੱਜ ਆਪਾਂ ਇਸ ਦੇਸ਼ ਦੇ ਵਿੱਚ, ਇਸ ਪ੍ਰਗਤੀ ਦੇ ਵਿੱਚ, ਇਸ ਦੇਸ਼ ਦੀ ਉੱਨਤੀ ਦੇ ਵਿੱਚ ਬੈਠੇ ਹੋਏ ਆ। ਤੇ ਆਪਾਂ ਵੀ ਲਾਈਵ ਭਾਰਤ ਵੀ ਇਹਨਾਂ ਵਾਰੀਅਰਸ ਨੂੰ ਧੰਨਵਾਦ ਕਰਦਾ ਹੈ ਤੇ ਸੈਲੂਟ ਕਰਦਾ ਹੈ। ਜੈ ਹਿੰਦ, ਜੈ ਭਾਰਤ।